ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਸ਼ੁਭ ਯਾਤਰਾएं ਸ੍ਰੀ ਹਜ਼ੂਰ ਸਾਹਿਬ, ਨਾਨਕ ਝੀਰਾ, ਬਨਾਰਸ ਅਤੇ ਪਟਨਾ ਸਾਹਿਬ। ਅੱਜ ਦਿਨ ਐਤਵਾਰ 19 ਸਤੰਬਰ 2021, ਦੂਸਰੀ ਕਿਸ਼ਤ। ਅੱਜ ਦਾ ਸਾਰਾ ਦਿਨ ਬਨਾਰਸ ਵਿੱਚ। ਚਾਹ ਦੀ ਰੇਹੜੀ ਵਾਲੇ ਨੂੰ ਮੈਂ ਪੁੱਛਿਆ, ਕਬੀਰ ਚੌਰਾ ਕੀ ਹੁੰਦਾ ਹੈ? ਉਸ ਕਿਹਾ, ਕਬੀਰ ਚੌਰਾ। ਮੈਂ ਕਿਹਾ, ਚੌਰਾਸਤਾ, ਚੁਰਸਤਾ? ਉਸ ਕਿਹਾ, ਹਾਂ। ਮੈਂ ਕਿਹਾ, ਅਸਾਂ ਦੇ ਪੰਜਾਬ 'ਚ ਇਸ ਨੂੰ ਚੁਰਸਤਾ ਜਾਂ ਚੌਂਕ ਕਿਹਾ ਜਾਂਦਾ ਹੈ। ਫਿਰ ਮੈਂ ਪੁੱਛਿਆ, ਕਬੀਰ ਪੀਠ ਕਿੱਥੇ ਹੈ? ਉਸ ਕਿਹਾ, ਕਬੀਰ ਚੌਰਾ ਤੋਂ ਸੱਜੇ ਹੱਥ ਇੱਕ ਗਲੀ ਮੁੜਦੀ ਸਿੱਧੀ ਕਬੀਰ ਪੀਠ ਪਹੁੰਚਦੀ ਹੈ। ਫਿਰ ਉਸ ਪੁੱਛਿਆ, ਆਪ ਕੌਣ ਹੋ? ਮੈਂ ਕਿਹਾ, ਕਬੀਰ ਕੇ ਹਾਂ। ਫਿਰ ਮੈਂ ਪੁੱਛਿਆ, ਆਪ ਕੌਣ ਹੋ? ਉਸ ਕਿਹਾ, ਜਦਵੰਸ਼ੀ ਹਾਂ। ਫਿਰ ਮੈਂ ਤੁਰ ਪਿਆ ਕਬੀਰ ਪੀਠ। ਮੈਂ ਉਸ ਗਲੀ ਰਾਹੀਂ ਪੂਰੇ 12 ਵਜੇ ਕਬੀਰ ਪੀਠ ਪਹੁੰਚ ਗਿਆ। ਜੋ ਬਾਰ ਗੇਟ ਹੈ, ਉਸ ਦੇ ਉੱਪਰ ਲਿਖਿਆ ਸੀ, ਇਸ ਮੁੱਖ ਦਰਵਾਜ਼ੇ ਨੂੰ 21ਵੇਂ ਆਚਾਰੀਆ ਮਹੰਤ ਸ੍ਰੀ ਰਾਮ ਵਿਲਾਸ ਨੇ ਮਿਰਜ਼ਾਪੁਰ ਦੇ ਪੱਥਰਾਂ ਨਾਲ 1633 ਈਸਵੀ 'ਚ ਬਣਾਇਆ। ਕਬੀਰ ਚੌਰਾ ਮੱਠ, ਮੂਲ ਗਾਦੀ, ਕਾਂਸ਼ੀ, ਬਨਾਰਸ। ਅੰਦਰ ਵੜ ਕੇ ਦੇਖਿਆ। ਵਿਹੜੇ ਅੰਦਰ ਪੱਥਰ ਦੀਆਂ ਅਨੇਕਾਂ ਮੂਰਤੀਆਂ ਹਨ ਜੋ ਸੰਸਾਰਕ ਭਾਵਨਾਵਾਂ ਨੂੰ ਪ੍ਰਗਟਾਉਂਦੀਆਂ ਹਨ, ਅਤੇ ਕੁਛ ਕੁ ਮੂਰਤੀਆਂ ਭਾਵਨਾਵਾਂ ਦਮਨ ਭਾਵ ਵੀ ਦਰਸਾਉਂਦੀਆਂ ਹਨ। ਸਮਾਧੀ ਮੰਦਰ। ਵਿਹੜੇ ਤੋਂ ਅੱਗੇ ਹੋ ਕੇ ਦੇਖਿਆ, ਇੱਕ ਸਮਾਧ ਮੰਦਰ ਬਣਿਆ ਹੈ। ਉਸ ਸਮਾਧ ਮੰਦਰ ਦੀ ਸ਼ਿਲਾਲੇਖ 'ਤੇ ਹਿੰਦੀ 'ਚ ਲਿਖਿਆ ਹੈ, ਇਹ ਅਸਥਾਨ ਕਬੀਰ ਜੀ ਦਾ ਘਰ ਹੈ। ਕਬੀਰ ਜੀ ਨੇ ਸਾਰਾ ਜੀਵਨ ਇਸ ਘਰ 'ਚ ਗੁਜ਼ਾਰਿਆ। ਅੰਤ ਸਮੇਂ ਗੋਕਲਪੁਰ ਇੱਥੋਂ 225 ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਜੋਤੀ ਜੋਤ ਸਮਾ ਗਏ। ਉਸ ਸਮੇਂ ਸ਼ਰਧਾਲੂਆਂ, ਹਿੰਦੂਆਂ ਅਤੇ ਮੁਸਲਮਾਨਾਂ 'ਚ ਸੰਸਕਾਰਨ ਅਤੇ ਦਫਨਾਉਣ ਦਾ ਝਗੜਾ ਹੋ ਗਿਆ। ਜਿਸ ਕਮਰੇ ਅੰਦਰ ਕਬੀਰ ਜੀ ਦਾ ਮੁਰਦਾ ਸਰੀਰ ਪਿਆ ਸੀ, ਉਹ ਕਮਰਾ ਖੋਲ੍ਹਿਆ ਤਾਂ ਸਿਰਫ ਚਾਦਰ ਅਤੇ ਫੁੱਲ ਹੀ ਪਏ ਸੀ, ਸਰੀਰ ਨਹੀਂ ਸੀ। ਉਹਨਾਂ ਫੁੱਲਾਂ 'ਚੋਂ ਕੁਝ ਕੁ ਫੁੱਲ ਕਾਂਸ਼ੀ ਨਰੇਸ਼, ਰਾਜਵੀਰ ਦੇਵ ਸਿੰਘ ਅਤੇ ਆਚਾਰੀਆ ਮੂਰਤੀ ਗੋਪਾਲ ਲੈ ਆਏ। ਇੱਥੇ ਰੱਖ ਕੇ ਉੱਪਰ ਸਮਾਧੀ ਮੰਦਰ ਬਣਾ ਦਿੱਤਾ। ਬਿਕਰਮੀ ਸੰਮਤ 1575। ਕਬੀਰ ਪੀਠ ਦੇ ਪੁਜਾਰੀ ਨਾਲ ਪ੍ਰਸ਼ਨ ਉੱਤਰ। ਪ੍ਰਸ਼ਨ, ਕਬੀਰ ਪੰਥੀ ਲੋਕ ਕੌਣ ਹਨ ਅਤੇ ਕਬੀਰ ਜੀ ਦੀ ਸੰਪਰਦਾ ਕਿਹੜੀ ਹੈ? ਉੱਤਰ, ਕਬੀਰ ਜੀ ਦੇ ਸ਼ਰਧਾਲੂ ਹੀ ਕਬੀਰ ਪੰਥੀ ਹਨ ਅਤੇ ਸੰਪਰਦਾ ਕਬੀਰ ਜੀ ਦੀ ਕੋਈ ਨਹੀਂ ਹੈ। ਪ੍ਰਸ਼ਨ, ਕਬੀਰ ਕਸੌਟੀ ਗ੍ਰੰਥ ਕਿਹੜਾ ਅਤੇ ਕਿੱਥੇ ਹੈ? ਉੱਤਰ, ਮੇਰੇ ਕੋਲ ਹੀ ਹੈ, ਹਿੰਦੀ 'ਚ ਹੈ। ਮੈਨੂੰ ਦਰਸ਼ਨ ਕਰਾਓ। ਉਹ ਅੰਦਰੋਂ ਜਾ ਕੇ ਲੈ ਆਇਆ। ਪੜ੍ਹਨ ਲਈ ਸਮਾਂ ਮੇਰੇ ਕੋਲ ਨਹੀਂ ਸੀ। ਮੈਂ ਨਮਸਕਾਰ ਕਰਦਿਆਂ ਕੁਝ ਕੁ ਭੇਟਾ ਉਸ ਦੇ ਹੱਥ 'ਤੇ ਰੱਖੀ ਅਤੇ ਪੱਤਰੇ ਫਰੋਲਦਿਆਂ ਪੁੱਛਿਆ। ਪ੍ਰਸ਼ਨ, ਮੂਲ ਸਾਰ ਇਹੋ ਹੈ? ਉੱਤਰ, ਹਾਂ, ਮੂਲ ਅਤੇ ਸਾਰ ਇਹੋ ਹੀ ਹੈ। ਪ੍ਰਸ਼ਨ, ਇਸ ਕਬੀਰ ਕਸੌਟੀ ਨੂੰ ਕਬੀਰ ਜੀ ਨੇ ਖੁਦ ਲਿਖਿਆ ਸੀ? ਉੱਤਰ, ਕਬੀਰ ਜੀ ਦੇ ਸ਼ਰਧਾਲੂਆਂ ਨੇ ਕਬੀਰ ਜੀ ਦੇ ਉਪਦੇਸ਼ਾਂ ਨੂੰ ਲਿਖਿਆ ਹੈ। ਪ੍ਰਸ਼ਨ, ਸ਼ਰਧਾਲੂਆਂ ਦੀ ਰੋਜੀ ਰੋਟੀ ਜਾਂ ਰਹਿਣ ਦਾ ਪ੍ਰਬੰਧ ਇੱਥੇ ਹੈ? ਉੱਤਰ, ਰੋਜੀ ਰੋਟੀ ਅਤੇ ਰਹਿਣ ਦਾ ਪ੍ਰਬੰਧ ਇੱਥੇ ਕੋਈ ਨਹੀਂ ਹੈ। ਪ੍ਰਸ਼ਨ, ਕਬੀਰ ਜੀ ਦਾ ਘਰ ਇਹੋ ਹੈ? ਜਨਮ ਵੀ ਇੱਥੇ ਹੋਇਆ ਹੈ? ਉੱਤਰ, ਘਰ ਇਹੋ ਹੈ, ਪਰ ਕਬੀਰ ਜੀ ਜਨਮੇ ਨਹੀਂ। ਇੱਥੋਂ 2-2.5 ਕਿਲੋਮੀਟਰ ਲਹਿਰ ਤਾਰਾ ਮੰਦਰ ਹੈ, ਉੱਥੇ ਬਾਲ ਰੂਪ 'ਚ ਪ੍ਰਗਟ ਹੋਏ ਸੀ। ਜਨਮੇ ਨਹੀਂ, ਪ੍ਰਗਟ ਹੋਏ ਸੁਣ ਕੇ ਮੈਂ ਹੈਰਾਨ ਹੋ ਗਿਆ। ਹੋਰ ਪ੍ਰਸ਼ਨ ਉੱਤਰ ਕਰਨਾ ਮੈਂ ਮੁਨਾਸਬ ਨਾ ਸਮਝਿਆ, ਕਿਉਂਕਿ ਜਿਸ ਕਬੀਰ ਜੀ ਦੀ ਬਾਣੀ ਕਹਿ ਰਹੀ ਹੈ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਇਹ ਲੋਕ ਉਸ ਕਬੀਰ ਜੀ ਨੂੰ ਅਣਜੰਮਿਆਂ ਦੱਸ ਰਹੇ ਹਨ। ਇਸ ਕਰਕੇ ਇਹਨਾਂ ਨਾਲ ਪ੍ਰਸ਼ਨ ਉੱਤਰ ਕਰਨਾ
ਮੁਨਾਸਿਬ ਨਹੀਂ। ਉੱਠ ਕੇ ਮੈਂ ਲਹਿਰ ਤਾਰਾ ਵੱਲ ਤੁਰ ਪਿਆ। ਲਹਿਰ ਤਾਰਾ ਜਾਂਦਿਆਂ ਮੈਨੂੰ ਭੁੱਖ ਅਤੇ ਪਿਆਸ ਬਹੁਤ ਲੱਗ ਗਈ ਸੀ। ਇੱਕ ਫਲਾਂ ਦੀ ਰੇਹੜੀ ਤੋਂ ਮੈਂ ਫਲ ਖਰੀਦੇ ਅਤੇ ਪਾਣੀ ਵੀ ਮੰਗਿਆ। ਮੇਰੇ ਚਿਹਰੇ ਮੋਹਰੇ ਵੱਲ ਤੱਕ ਕੇ ਉਸ ਝਿਜਕਦਿਆਂ ਕਿਹਾ, ਇਸ ਸੁਰਾਹੀ 'ਚ ਹੈ ਜੇ ਪੀ ਸਕਦੇ ਹੋ। ਮੈਂ ਕਿਹਾ, ਸੁਰਾਹੀ 'ਚੋਂ ਪਾਣੀ ਦਾ ਗਲਾਸ ਭਰ ਕੇ ਮੈਨੂੰ ਦੇ ਦੇ, ਅਸਾਂ ਦੇ ਪੰਜਾਬ ਵਿੱਚ ਛੂਤ ਛਾਤ ਨਹੀਂ ਹੈ। ਪਾਣੀ ਪੀ ਕੇ ਮੈਂ ਅੱਗੇ ਤੁਰ ਪਿਆ। ਸਮੇਂ ਦੀ ਘਾਟ ਕਾਰਨ ਤੁਰਿਆ ਜਾਂਦਾ ਹੀ ਫਲ ਖਾਈ ਗਿਆ। ਪੁੱਛਦਾ ਪੁੱਛਦਾ ਲਹਿਰ ਤਾਰਾ ਪਹੁੰਚ ਗਿਆ। ਇਹ ਜਗ੍ਹਾ ਲਹਿਰ ਤਾਰਾ ਦੀ ਕਰੀਬ 2-2.5 ਏਕੜਾਂ ਜਿੰਨੀ ਜੰਗਲਨੁਮਾ ਹੈ। 4 ਚੁਫੇਰੇ ਸੰਘਣੀ ਵਸੋਂ ਹੈ ਅਤੇ ਸੁੱਕੀ ਹੋਈ ਖਾਈ ਹੈ। ਬਾਰਿਸ਼ ਸਮੇਂ ਇਸ ਵਿੱਚ ਪਾਣੀ ਵੀ ਭਰ ਜਾਂਦਾ ਹੋਵੇਗਾ। ਮੌਜੂਦਾ ਸਮੇਂ 2 ਹਿੱਸਿਆਂ ਵਿੱਚ ਵੰਡੀ ਹੋਈ ਹੈ। ਮਾਲੂਮ ਹੁੰਦਾ ਹੈ ਕਿ 2 ਭਰਾਵਾਂ ਨੇ 2 ਹਿੱਸੇ ਕਰ ਲਏ ਹਨ। ਜਿਸ ਪਾਸੇ ਮੈਂ ਪਹਿਲੇ ਗਿਆ ਇਹ ਹਿੱਸਾ ਕੁਝ ਕੁ ਛੱਤਿਆ ਹੋਇਆ ਹੈ ਅਤੇ ਬਾਕੀ ਸਾਰਾ ਵਲਗਣ ਕੀਤਾ ਹੋਇਆ ਹੈ। ਤੜਕੇ 3 ਵਜੇ ਇਸ ਦਾ ਬੂਹਾ ਖੋਲ੍ਹਦੇ ਹਨ ਅਤੇ ਸਵੇਰੇ 8-9 ਵਜੇ ਬੰਦ ਕਰ ਦਿੰਦੇ ਹਨ। ਮੈਂ ਇਸ ਅਸਥਾਨ ਦੇ ਦਰਸ਼ਨ ਨਹੀਂ ਕਰ ਸਕਿਆ। ਪੁੱਛਣ 'ਤੇ ਦੱਸਿਆ ਕਿ ਇਸ ਅੰਦਰ ਤਲਾਬ ਬਣਾਇਆ ਹੋਇਆ ਹੈ ਅਤੇ ਇਸ ਵਿੱਚ ਪਾਣੀ ਭਰਿਆ ਹੋਇਆ ਹੈ। ਯਾਤਰੂਆਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਕਬੀਰ ਜੀ ਇਸ ਤਲਾਬ 'ਚ ਇਸ ਕੰਢੇ 'ਤੇ ਪ੍ਰਗਟ ਹੋਏ ਸੀ। ਨੀਰੂ ਅਤੇ ਨੀਮਾ ਚੱਕ ਕੇ ਆਪਣੇ ਘਰ ਲੈ ਗਏ। ਫਿਰ ਮੈਂ ਦੂਜੇ ਪਾਸੇ ਗਿਆ। ਜਗ੍ਹਾ ਸੁੱਕੀ ਹੋਈ ਖਾਈ ਨੁਮਾ ਸੀ। ਇਸ ਖਾਈ ਨੁਮਾ ਜਗ੍ਹਾ ਨੂੰ ਵੀ 2 ਭਾਗਾਂ 'ਚ ਵੰਡਿਆ ਹੋਇਆ ਸੀ, ਪਰ ਕੰਧ ਨਹੀਂ ਕੀਤੀ ਹੋਈ ਸੀ। ਇਸ 2 ਭਾਗਾਂ ਵਿੱਚ ਇੱਕ ਕਮਰਾ ਹੈ ਅਤੇ ਦੂਜੇ ਭਾਗ ਵਿੱਚ ਇੱਕ ਸਤੰਭ ਹੈ। ਜੋ ਕਮਰਾ ਛੋਟਾ ਜਿਹਾ ਹੈ ਉਸ ਦੇ ਮੱਥੇ 'ਤੇ ਲਿਖਿਆ ਹੈ ਕਬੀਰ ਭਾਵ। ਕਮਰੇ ਅੰਦਰ ਇੱਕ ਕੰਧ ਚਿੱਤਰ ਚਿਤਰਿਆ ਹੋਇਆ ਦਰਸਾਉਂਦਾ ਹੈ ਕਿ ਇੱਕ ਬੱਚਾ ਲਵਾਰਸ ਪਿਆ। ਇੱਕ ਔਰਤ ਮਰਦ ਇਸ ਵੱਲ ਦੂਰੋਂ ਤੱਕ ਰਹੇ ਹਨ। ਇਸ ਦਾ ਪੁਜਾਰੀ ਤਾਂ ਮਿਲਿਆ ਨਹੀਂ, ਪਰ ਮੇਰੇ ਪੁੱਛਣ 'ਤੇ 10 ਕੁ ਸਾਲਾ ਪੁਜਾਰੀ ਦੇ ਬੱਚੇ ਨੇ ਦੱਸਿਆ ਕਿ ਬੱਚਾ ਕਬੀਰ ਜੀ ਹਨ। ਔਰਤ ਮਰਦ ਨੀਰੂ ਅਤੇ ਨੀਮਾ ਹੈ। ਇਸ ਤੋਂ 20 ਕੁ ਫੁੱਟ ਦੂਰੀ 'ਤੇ ਇੱਕ ਬੋਰਡ ਲੱਗਾ ਹੋਇਆ ਹੈ। ਉਸ ਨੂੰ ਪਹਿਰੇ ਬਣਾ ਕੇ ਲਿਖਿਆ ਗਿਆ ਹੈ। 2 ਪਹਿਰੇ ਹਨ। ਪਹਿਲਾ ਪਹਿਰਾ। ਇਹ ਉਹ ਅਸਥਾਨ ਹੈ ਜਿੱਥੇ ਕਬੀਰ ਜੀ ਜੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ 1455 ਬਿਕਰਮੀ ਅਤੇ 1398 ਈਸਵੀ ਨੂੰ ਪ੍ਰਗਟ ਹੋਏ। ਇੱਥੋਂ ਨੀਰੂ ਨੀਮਾ ਚੱਕ ਕੇ ਆਪਣੇ ਘਰ ਨੀਰੂ ਟਿਲਾ, ਜੋ ਉਸ ਸਮੇਂ ਮਹੱਲੇ ਦਾ ਨਾਮ ਸੀ ਨਰਹਰਪੁਰਾ, ਸ਼ਹਿਰ ਦੇ ਵਿੱਚ ਹੈ, ਉੱਥੇ ਲੈ ਗਏ ਜਿੱਥੇ ਅੱਜ ਕੱਲ੍ਹ ਕਬੀਰ ਚੌਰਾ ਅਤੇ ਕਬੀਰ ਪੀਠ ਕਾਂਸ਼ੀ ਹੈ। ਦੂਜਾ ਪਹਿਰਾ। ਇਹ ਮੰਦਰ ਅਤੀ ਪ੍ਰਾਚੀਨ ਹੈ। ਇੱਥੇ ਆਚਾਰੀਆ ਸ਼ਰੂਤੀ ਗੋਪਾਲ ਅਤੇ ਸ਼੍ਰੋਮਣੀ ਰਾਜਾ ਰਾਜਵੀਰ ਸਿੰਘ ਬਘੇਲ ਨੇ 1585 ਬਿਕਰਮੀ ਨੂੰ ਮਾਘ ਸੁਦੀ 9ਵੀਂ ਨੂੰ ਬਣਾਇਆ ਸੀ। ਆਚਾਰੀਆ ਮਹੰਤ ਸਰਵਣਦਾਸ ਸ਼ਾਸਤਰੀ, ਲਹਿਰ ਤਾਰਾ, ਵਾਰਾਣਸੀ। ਦੂਸਰਾ ਭਾਗ ਜਿੱਥੇ ਕਬੀਰ ਸਤੰਭ ਹੈ ਬਣਿਆ ਹੋਇਆ ਹੈ। ਇਹ ਕਬੀਰ ਸਤੰਭ ਇਸ ਕਮਰੇ ਤੋਂ ਕਰੀਬ 24-25 ਕਰਮਾਂ ਦੀ ਦੂਰੀ 'ਤੇ ਹੈ। 2-2.5-3 ਫੁੱਟ ਦਾ ਉੱਚਾ ਇਹ ਸਤੰਭ ਹੈ। ਇਸ ਦਾ ਨਾਮ ਹੈ ਕਬੀਰ ਸਤੰਭ। ਇਸ ਸਤੰਭ 'ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਿਆ ਹੈ ਨੀਰੂ ਨੀਮਾ ਇੱਥੇ ਬੈਠੇ ਸਨ। ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਨੀਰੂ ਨੀਮਾ ਉੱਠ ਕੇ ਉਸ ਪਾਸੇ ਗਏ ਜਿਸ ਪਾਸੇ ਤੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਉੱਥੇ ਜਾ ਕੇ ਦੇਖਿਆ ਇੱਕ ਬਾਲਕ ਜੋ ਕਬੀਰ ਸੀ ਲਵਾਰਸ ਪਿਆ ਸੀ। ਉਹ ਚੁੱਕ ਕੇ ਨੀਰੂ ਨੀਮਾ ਉਸ ਨੂੰ ਉੱਥੇ ਲੈ ਗਏ ਜਿੱਥੇ ਅੱਜ ਕੱਲ੍ਹ ਕਬੀਰ ਪੀਠ ਹੈ।
ਕਬੀਰ ਪੀਠ ਸਤੰਭ ਬਣਨ ਦੀ ਮਿਤੀ 5 ਅਕਤੂਬਰ 1999 ਲਿਖਿਆ ਹੈ। ਇਸ ਕਬੀਰ ਸਤੰਭ ਦੇ ਮਹੰਤ ਨਾਲ ਪ੍ਰਸ਼ਨ ਉੱਤਰ। ਪ੍ਰਸ਼ਨ, ਪੰਡਿਤ ਜੀ ਜੇ ਮੈਂ ਕੋਈ ਸਵਾਲ ਪੁੱਛਾਂ ਕੋਈ ਇਤਰਾਜ਼ ਤਾਂ ਨਹੀਂ ਕਰੋਗੇ? ਉੱਤਰ, ਜੋ ਪੁੱਛਣਾ ਪੁੱਛੋ, ਮੈਨੂੰ ਕੀ ਇਤਰਾਜ਼ ਹੈ? ਪ੍ਰਸ਼ਨ, ਤੁਸਾਨੂੰ ਵਿਸ਼ਵਾਸ ਹੈ ਕਿ ਕਬੀਰ ਜੀ ਜਨਮੇ ਨਹੀਂ? ਉੱਤਰ, ਅਸਾਂ ਦੇ ਪੁਰਖੋਤਮਾਂ ਦੇ ਪੁਰਖੋਤਮਿਆਂ ਅਸਾਂ ਨੂੰ ਇਹੋ ਦੱਸਿਆ ਕਿ ਕਬੀਰ ਜੀ ਜਨਮੇ ਨਹੀਂ, ਪ੍ਰਗਟ ਹੋਏ ਹਨ। ਪ੍ਰਸ਼ਨ, ਕੀ ਤੁਸਾਨੂੰ ਵਿਸ਼ਵਾਸ ਹੈ ਕਿ ਕਬੀਰ ਜੀ ਵਾਕਿਆ ਹੀ ਜਨਮੇ ਨਹੀਂ? ਉੱਤਰ, ਪੁਰਖੋਤਮੋਂ ਦੇ ਕਹਿਣ ਅਨੁਸਾਰ ਪੂਰਾ ਵਿਸ਼ਵਾਸ ਹੈ। ਪ੍ਰਸ਼ਨ, ਕੋਲ ਬਣੀ ਮਹੰਤ ਦੀ ਕੋਠੀ ਵੱਲ ਇਸ਼ਾਰਾ ਕਰਕੇ ਮੈਂ ਕਿਹਾ, ਇਹ ਕੋਠੀ ਸੁੱਖ ਸਹੂਲਤਾਂ ਰੋਟੀ ਰੋਜੀ ਆਦਿ ਸਭ ਤੁਸਾਂ ਦਾ ਕਿਸ ਦੇ ਆਸਰੇ ਹੈ? ਉੱਤਰ, ਸ਼ਰਧਾਲੂਆਂ ਦੇ ਆਸਰੇ। ਪ੍ਰਸ਼ਨ, ਆਏ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਰੋਟੀ ਰੋਜੀ ਆਦਿ ਦਾ ਪ੍ਰਬੰਧ ਹੈ? ਉੱਤਰ, ਕੋਈ ਪ੍ਰਬੰਧ ਨਹੀਂ ਹੈ। ਮੈਂ ਸੋਚਿਆ ਜਿਨ੍ਹਾਂ ਵੱਲੋਂ ਇਹਨਾਂ ਲਈ ਰੋਟੀ ਰਿਹਾਇਸ਼ ਆਦਿ ਦਾ ਪ੍ਰਬੰਧ ਹੈ, ਇਹਨਾਂ ਵੱਲੋਂ ਉਹਨਾਂ ਲਈ ਕੁਝ ਵੀ ਨਹੀਂ ਹੈ। ਪ੍ਰਸ਼ਨ, ਕੀ ਮੈਨੂੰ ਪੀਣ ਲਈ ਪਾਣੀ ਮਿਲ ਸਕਦਾ ਹੈ? ਉੱਤਰ, ਮੱਥੇ 'ਤੇ ਤਿਊੜੀ ਪਾ ਕੇ ਮਿਲ ਸਕਦਾ ਹੈ। ਪਾਣੀ ਪਿਲਾ ਕੇ ਉਸ ਨੇ ਮੈਨੂੰ ਪ੍ਰਸ਼ਨ ਕੀਤਾ। ਪ੍ਰਸ਼ਨ, ਆਪ ਦਾ ਨਾਮ ਕਿਆ ਹੈ? ਉੱਤਰ, ਬਲਵੀਰ ਸਿੰਘ। ਪ੍ਰਸ਼ਨ, ਆਪ ਹਿੰਦੂ ਹੋ? ਉੱਤਰ, ਹਿੰਦੂ ਕੋਈ ਧਰਮ ਨਹੀਂ ਹੈ। ਭਾਰਤ ਖੰਡ ਦੀ ਇੱਕ ਪਹਾੜੀ ਦਾ ਨਾਮ ਹਿੰਦੂ ਕੁਸ਼ ਹੋਣ ਕਾਰਨ ਭਾਰਤ ਖੰਡ ਨੂੰ ਹਿੰਦੂ ਜਾਂ ਹਿੰਦੁਸਤਾਨ ਦਾ ਨਾਮ ਦਿੱਤਾ ਗਿਆ ਹੈ। ਇਸ ਖੰਡ 'ਚ ਅਨੇਕਾਂ ਧਰਮ ਵਸਦੇ ਹਨ। ਆਪਣਾ ਧਰਮ ਸਭ ਨੂੰ ਪਿਆਰਾ ਹੈ। ਇਸ ਉਪਰੰਤ ਉਸ ਨੇ ਹੋਰ ਪ੍ਰਸ਼ਨ ਕਰਨਾ ਮੁਨਾਸਬ ਨਾ ਸਮਝਿਆ, ਉੱਠ ਕੇ ਆਪਣੀ ਕੋਠੀ ਵੱਲ ਚਲਿਆ ਗਿਆ। ਮੈਂ ਟਾਈਮ ਵੱਲ ਝਾਤੀ ਮਾਰੀ। ਸ਼ਾਮ ਦੇ 5:30 ਵੱਜ ਚੁੱਕੇ ਸੀ। ਉਸ ਅਸਥਾਨ ਨੂੰ ਨਤਮਸਤਕ ਹੁੰਦਿਆਂ ਅਤੇ ਮਨ 'ਚ ਸੋਚਦਿਆਂ ਮੈਂ ਕਿਹਾ, ਧੰਨ ਹਨ ਸੰਤ ਭਗਤ ਸਤਿਗੁਰੂ ਕਬੀਰ ਜੀ ਅਤੇ ਸਤਿਗੁਰੂ ਰਵਿਦਾਸ ਜੀ, ਜਿਨ੍ਹਾਂ ਅਨੇਕਾਂ ਕਠਿਨਾਈਆਂ ਝੱਲਦਿਆਂ ਸੰਘਰਸ਼ ਜਾਰੀ ਰੱਖਿਆ ਅਤੇ ਨਿਮਰਤਾ ਦੀ ਤਲਵਾਰ ਨਾਲ ਜਾਤ ਅਭਿਮਾਨੀਆਂ ਦੇ ਮਾਣ ਨੂੰ ਕੱਟਦਿਆਂ ਸੇਵਾ ਸਿਮਰਨ ਕਰਦੇ ਕਰਦੇ ਪ੍ਰਕਾਸ਼ ਰੂਪ ਹੋ ਗਏ। ਸ਼ਾਬਾਸ਼ ਲਾਹਨਤ ਹੈ ਇਹਨਾਂ ਹਿੰਦੂ ਪਰੰਪਰਾਵਾਂ ਦੇ, ਜਿਨ੍ਹਾਂ ਅਜਿਹੇ ਦੇਸ਼ ਦੇ ਕੌਮ ਦੇ ਹੀਰਿਆਂ ਨੂੰ, ਸਮਾਜ ਸੇਵਕਾਂ ਨੂੰ, ਸੰਤਾਂ ਭਗਤਾਂ ਸ਼ਾਂਤੀ ਦੇ ਪੁਜਾਰੀਆਂ ਨੂੰ ਸ਼ੂਦਰ ਕਹਿ ਕੇ ਲਤਾੜਿਆ, ਨਕਾਰਿਆ ਅਤੇ ਪਛਾੜਿਆ। ਧੰਨ ਹੈ ਬਾਬਾ ਨਾਨਕ ਜੀ, ਜਿਸ ਦੀ ਕਰਨੀ ਨੂੰ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ। ਜਿਨ੍ਹਾਂ ਊਚ ਨੀਚ, ਜਾਤ ਪਾਤ, ਬਰਾਦਰੀਵਾਦ ਆਦਿ ਤੋਂ ਉੱਪਰ ਉੱਠ ਕੇ ਇਹਨਾਂ ਦੀ ਬਾਂਹ ਫੜ ਕੇ ਆਪਣੀ ਕਤਾਰ ਵਿੱਚ ਬਿਠਾਲਦਿਆਂ ਇਹਨਾਂ ਦੀ ਰਚਨਾ ਬਾਣੀ ਨੂੰ ਆਪਣੀ ਰਚਨਾ 'ਚ ਸਮੇਟਿਆ, ਸੰਭਾਲਿਆ, ਪਿਆਰਿਆ, ਸਤਿਕਾਰਿਆ ਅਤੇ ਨਮਸਕਾਰਿਆ। ਧੰਨ ਹੈ ਪੰਚਮ ਪਾਤਸ਼ਾਹ, ਜਿਨ੍ਹਾਂ ਨੇ ਇਹਨਾਂ ਨੂੰ ਯੋਗ ਅਸਥਾਨ ਦੇ ਕੇ ਨਵਾਜਿਆ। ਧੰਨ ਹੈ ਦਸਮ ਪਿਤਾ, ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਿੰਘਾਸਨ 'ਤੇ ਬਿਠਾਲਿਆ, ਕੂੜ ਨਿਕਾਲਿਆ, ਨਤਮਸਤਕਾਲਿਆ ਅਤੇ ਵਿਰਸਾ ਸੰਭਾਲਿਆ। ਜੇ ਬਾਬਾ ਨਾਨਕ ਜੀ ਨਾ ਆਉਂਦੇ ਤਾਂ ਇਹ ਕਹਿਣਾ ਅਤ ਕਥਨੀ ਨਹੀਂ ਹੋਵੇਗਾ ਕਿ ਸ਼ੂਦਰ ਕਹਿਣ ਵਾਲਿਆਂ ਹੁਣ ਤੱਕ ਇਸ ਸਮਾਜ ਦੇ ਸੰਤਾਂ ਭਗਤਾਂ ਦਾ ਖੁਰਾ ਖੋਜ ਮਿਟਾ ਦੇਣਾ ਸੀ। ਨਤਮਸਤਕ ਹੋ ਕੇ ਮੈਂ ਲਹਿਰਤਾਰਾਂ ਤੋਂ ਸਟੇਸ਼ਨ ਵੱਲ ਤੁਰ ਪਿਆ। ਲੱਤਾਂ ਤੁਰਨ ਤੋਂ ਜਵਾਬ ਅਤੇ ਪੈਰ ਸਰੀਰ ਦਾ ਭਾਰ ਚੁੱਕਣ ਤੋਂ ਇਨਕਾਰੀ ਸੀ, ਪਰ ਤੁਰਨਾ ਮੇਰੀ ਮਜਬੂਰੀ ਸੀ,
ਕਿਉਂਕਿ ਮੇਰੇ ਕੋਲ ਖਰਚੇ ਦੀ ਅਤਿਅੰਤ ਘਾਟ ਸੀ। ਸਵੇਰੇ 5 ਵਜੇ ਦਾ ਤੁਰਿਆ ਹੀ ਗਿਆ। ਲੱਤਾਂ ਨੂੰ ਧੂੰਦਾ, ਪੈਰਾਂ ਨੂੰ ਘਸੀਟਦਾ ਹੋਇਆ ਮੈਂ 6:30 ਵਜੇ ਰੇਲਵੇ ਸਟੇਸ਼ਨ ਬਨਾਰਸ ਪਹੁੰਚ ਗਿਆ। ਪਹੁੰਚ ਕੇ ਥੱਕਾ ਟੁੱਟਾ ਹੋਇਆ ਸੀ ਚਾਹ ਪੀਣ ਲੱਗਾ। ਚਾਹ ਪੀਂਦਾ ਸੋਚ ਰਿਹਾ ਸੀ, ਪਟਨਾ ਸਾਹਿਬ ਜਾਣਾ ਹੈ, ਕਦੋਂ ਜਾਵਾਂਗਾ, ਕੀ ਪਤਾ ਕਿਹੜੀ ਗੱਡੀ ਕਦੋਂ ਆਵੇਗੀ, ਆਦ ਸੋਚ ਦੇ ਸਮੁੰਦਰਾਂ 'ਚ ਤਾਰੀਆਂ ਲਾ ਰਿਹਾ ਸੀ। ਉਦੋਂ ਮੇਰੀ ਖੁਸ਼ੀ ਦੀ ਹੱਦ ਨਹੀਂ ਰਹੀ ਜਦੋਂ ਚਾਹ ਵਾਲਾ ਖਾਲੀ ਕੱਪ ਮੈਂ ਰੱਖਣ ਹੀ ਲੱਗਾ ਸੀ ਕਿ ਅਚਾਨਕ ਉਸੇ ਪਲੇਟਫਾਰਮ 'ਤੇ ਜਿਸ 'ਤੇ ਮੈਂ ਬੈਠਾ ਚਾਹ ਪੀ ਰਿਹਾ ਸੀ, ਅੰਮ੍ਰਿਤਸਰ ਹਾਵੜਾ ਐਕਸਪ੍ਰੈਸ ਗੱਡੀ ਆਣ ਖੜ੍ਹੀ ਹੋਈ। ਮੈਂ ਪੁੱਛਿਆ, ਕਿੱਥੇ ਜਾਣੀ? ਚਾਹ ਵਾਲੇ ਨੇ ਦੱਸਿਆ, ਪਟਨਾ ਸਾਹਿਬ। ਪਟਨਾ ਸਾਹਿਬ ਬਾਕੀ ਅਗਲੇ ਐਤਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।